ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਦਾ ਭਾਗ ਦੂਜਾ 1839 ਤੋਂ 2004। ਇਸ ਕਿਤਾਬ ਦਾ ਅਨੁਵਾਦ ਕੀਤਾ ਡਾਕਟਰ ਗੁਰਚਰਨ ਸਿੰਘ ਔਲਖ ਨੇ ਅਤੇ ਇਸ ਨੂੰ ਛਾਪਿਆ ਲਾਹੌਰ ਬੁੱਕ ਸ਼ਾਪ 2 ਲਾਜਪਤ ਰਾਏ ਮਾਰਕੀਟ ਲੁਧਿਆਣਾ ਨੇ, ਜਿਨ੍ਹਾਂ ਦਾ ਈਮੇਲ ਹੈ lahoreBookshop40@rediffmail.com ਅਤੇ ਉਹਨਾਂ ਦੀ ਵੈਬਸਾਈਟ ਹੈ www.lahorepublishers.com। ਇਸ ਕਿਤਾਬ ਨੂੰ ਵੀ ਉਹਨਾਂ ਆਪਣੇ ਮਾਤਾ ਪਿਤਾ ਸਰਦਾਰ ਬਹਾਦਰ ਸਰ ਸੋਭਾ ਸਿੰਘ ਅਤੇ ਸਰਦਾਰਨੀ ਵੀਰਾਂ ਬਾਈ ਨੂੰ ਸਮਰਪਿਤ ਕੀਤਾ ਹੈ। ਇਹਨਾਂ ਵੱਲੋਂ ਲਿਖੀ ਪਹਿਲੀ ਕਿਤਾਬ ਸਿੱਖਾਂ ਦਾ ਇਤਿਹਾਸ 1469 ਤੋਂ 1839 ਸੀ। 1963 ਵਿੱਚ ਪਹਿਲੀ ਵਾਰ ਛਪੀ ਇਹ ਪੁਸਤਕ ਸਿੱਖਾਂ ਬਾਰੇ ਅੱਜ ਤੱਕ ਦੀ ਸਭ ਤੋਂ ਵੱਧ ਸਰਬੰਗੀ ਵਿਸਤ੍ਰਿਤ ਅਤੇ ਪ੍ਰਮਾਣਿਕ ਪੁਸਤਕ ਹੈ। ਨਵਾਂ ਸੰਸਕਰਨ ਵਰਤਮਾਨ ਕਾਲ ਤੱਕ ਆਧੁਨਿਕ ਬਣਾ ਕੇ ਪੇਸ਼ ਕੀਤਾ ਗਿਆ ਅਤੇ ਇਹ ਸਿੱਖ ਭਾਈਚਾਰੇ ਦੀ ਮੁੱਖ ਧਾਰਾ ਵਿੱਚ ਵਾਪਸੀ ਦੀ ਗਾਥਾ ਵਿਸਥਾਰ ਨਾਲ ਵਰਣਨ ਕਰਦਾ ਹੈ। ਖੁਸ਼ਵੰਤ ਸਿੰਘ ਦੀ ਵਿਲੱਖਣ ਸ਼ੈਲੀ ਵਿੱਚ ਲਿਖੀ ਹੋਈ ਇਹ ਪੁਸਤਕ ਸਧਾਰਨ ਅਤੇ ਘੱਟ ਪੜ੍ਹੇ ਲਿਖੇ ਵਰਗ ਦੇ ਲੋਕਾਂ ਲਈ ਵੀ ਹੈ ਅਤੇ ਵਿਦਵਤਾ ਭਰਪੂਰ ਅਤੇ ਪੂਰਾ ਲੇਖਕ ਖੋਜ 'ਤੇ ਆਧਾਰਿਤ ਹੈ। ਪਹਿਲੀ ਜਿਲਦ ਵਿੱਚ ਉਸ ਧਾਰਮਿਕ, ਸਮਾਜਿਕ ਅਤੇ ਸਿਆਸੀ ਪਿਛੋਕੜ ਦਾ ਵਰਣਨ ਹੈ ਜਿਸ ਨੇ 15ਵੀਂ ਸਦੀ ਵਿੱਚ ਸਿੱਖ ਧਰਮ ਨੂੰ ਜਨਮ ਦਿੱਤਾ। ਫਾਰਸੀ, ਗੁਰਮੁਖੀ ਅਤੇ ਅੰਗਰੇਜ਼ੀ ਦੇ ਮੂਲ ਸੋਮਿਆਂ 'ਤੇ ਆਪਣਾ ਵੇਰਵਾ ਆਧਾਰਿਤ ਕਰਕੇ ਵਿਦਵਾਨ ਲੇਖਕ ਸਿੱਖ ਧਰਮ ਦੇ ਵਿਕਾਸ ਦੀ ਖੋਜ ਕਰਦਾ ਹੈ ਅਤੇ ਸਿੱਖਾਂ ਦੀ ਪਵਿੱਤਰ ਧਰਮ ਪੁਸਤਕ ਗ੍ਰੰਥ ਸਾਹਿਬ ਦੇ ਸੰਪਾਦਨ ਬਾਰੇ ਸਾਨੂੰ ਦੱਸਦਾ ਹੈ। ਮਹਾਰਾਜਾ ਰਣਜੀਤ ਸਿੰਘ ਅਧੀਨ ਸਿੱਖ ਸ਼ਕਤੀ ਦੀ ਸਥਾਪਨਾ ਤੱਕ ਇਸ ਵਿੱਚ ਸਿੱਖਾਂ ਦੀ ਇੱਕ ਸ਼ਾਂਤਮਈ ਫਿਰਕੇ ਤੋਂ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਜੰਗਜੂ ਖਾਲਸੇ ਦੇ ਰੂਪ ਵਿੱਚ ਪਰਿਵਰਤਨ ਦੀ ਗਾਥਾ ਬੜੇ ਵਿਸਥਾਰ ਨਾਲ ਚਿਤਰੀ ਗਈ ਹੈ ਅਤੇ ਸਿੱਖਾਂ ਦੇ ਮੁਗਲਾਂ ਅਤੇ ਅਫਗਾਨਾਂ ਨਾਲ ਸਬੰਧਾਂ ਦਾ ਵੀ ਭਰਪੂਰ ਵਰਣਨ ਕੀਤਾ ਗਿਆ ਹੈ। ਖੁਸ਼ਵੰਤ ਸਿੰਘ ਇੱਕ ਉੱਘਾ ਪੱਤਰਕਾਰ ਸੀ ਜਿਸ ਨੇ ਗਲਪ ਦੀਆਂ ਕਈ ਪੁਸਤਕਾਂ ਦੀ ਵੀ ਰਚਨਾ ਕੀਤੀ ਅਤੇ ਸਿੱਖ ਇਤਿਹਾਸ ਦਾ ਉਸ ਨੂੰ ਇੱਕ ਪ੍ਰਮਾਣਿਕ ਵਿਦਵਾਨ ਮੰਨਿਆ ਜਾਂਦਾ ਹੈ। ਉਹ 1979 ਤੋਂ 1980 ਵਿੱਚ ਇਲਸਟ੍ਰੇਟਡ ਵੀਕਲੀ ਆਫ ਇੰਡੀਆ ਦਾ ਅਤੇ 1980 ਤੋਂ 1983 ਵਿੱਚ ਹਿੰਦੁਸਤਾਨ ਟਾਈਮਜ਼ ਦਾ ਐਡੀਟਰ ਰਿਹਾ। ਉਹ 1980 ਤੋਂ 86 ਵਿੱਚ ਲੋਕ ਸਭਾ ਦਾ ਮੈਂਬਰ ਰਿਹਾ। ਉਸ ਨੇ 1974 ਵਿੱਚ ਮਿਲਿਆ ਪਦਮ ਭੂਸ਼ਣ ਦਾ ਸਨਮਾਨ ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਹਰਿਮੰਦਰ ਦੇ ਘੇਰੇ 'ਤੇ ਹਮਲੇ ਪਿੱਛੋਂ ਵਾਪਸ ਕਰ ਦਿੱਤਾ ਸੀ। ਦੂਸਰੇ ਸੰਸਕਰਨ ਦਾ ਪ੍ਰਾਕਥਨ। ਸਿੱਖ ਇਤਿਹਾਸ ਨਾਲ ਸੰਬੰਧ ਰੱਖਣ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਪੰਜਾਬ ਵਿੱਚ ਅਤੇ ਵਿਦੇਸ਼ਾਂ ਵਿੱਚ ਵਾਪਰ ਚੁੱਕੀਆਂ ਨੇ। ਇਹਨਾਂ 20 ਸਾਲਾਂ ਵਿੱਚ ਆਤੰਕਵਾਦੀ ਘਟਨਾਵਾਂ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋਇਆ, ਜਿਨ੍ਹਾਂ ਕਾਰਨ ਇੱਕ ਰਿਟਾਇਰਡ ਮੁੱਖ ਸੈਨਾਪਤੀ, ਚੀਫ ਆਫ ਆਰਮੀ ਸਟਾਫ, ਇੱਕ ਕਾਰਜਭਾਰ ਨਿਭਾ ਰਿਹਾ ਮੁੱਖ ਮੰਤਰੀ, ਇੱਕ ਰਿਟਾਇਰਡ ਵਿੱਤ ਮੰਤਰੀ, ਪੁਲਿਸ ਅਫਸਰ ਅਤੇ ਆਮ ਨਾਗਰਿਕ ਹਜ਼ਾਰਾਂ ਦੀ ਗਿਣਤੀ ਵਿੱਚ ਮਾਰੇ ਗਏ। ਇਹਨਾਂ ਸਾਲਾਂ ਵਿੱਚ ਹੀ ਹਿੰਦੂਆਂ ਅਤੇ ਸਿੱਖਾਂ ਵਿੱਚ ਦੂਰੀਆਂ ਅਤੇ ਵਿਤਕਰੇ ਵਧੇ ਅਤੇ ਹਿੰਦੂਆਂ ਨੇ ਸਿੱਖ ਬਹੁ ਗਿਣਤੀ ਵਾਲੇ ਪਿੰਡਾਂ 'ਚੋਂ ਨਗਰਾਂ ਅਤੇ ਸ਼ਹਿਰਾਂ ਵਿੱਚ ਹਿਜਰਤ ਕੀਤੀ। ਇਹਨਾਂ ਸਾਲਾਂ ਵਿੱਚ ਹੌਲੀ ਹੌਲੀ ਆਤੰਕਵਾਦ ਦਾ ਪਤਨ ਹੋਇਆ ਅਤੇ ਇੱਕ ਵੱਖਰੇ ਸਿੱਖ ਰਾਜ ਦੀ ਮੰਗ ਖਤਮ ਹੋਈ ਅਤੇ ਦੋਹਾਂ ਫਿਰਕਿਆਂ ਵਿੱਚ ਫਿਰ ਮੇਲ ਜੋਲ ਅਤੇ ਪ੍ਰੇਮ ਭਾਵਨਾ ਦੇ ਸਬੰਧ ਕਾਇਮ ਹੋਏ ਅਤੇ ਰਾਜ ਵਿੱਚ ਅਮਨ ਕਾਨੂੰਨ ਦੇ ਰਾਜ ਦੀ ਸਥਾਪਨਾ ਹੋਈ। ਇਹਨਾਂ 20 ਸਾਲਾਂ ਵਿੱਚ ਪ੍ਰਾਂਤ ਵਿੱਚ ਕਈ ਵਾਰ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ ਅਤੇ ਉਸ ਸਮੇਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਵੀ ਬਣੀਆਂ। ਇਸ ਸਮੇਂ ਹੀ ਸਿੱਖ ਫਿਰਕੇ ਦੇ ਆਰਥਿਕ ਜੀਵਨ ਵਿੱਚ ਕਈ ਸੂਖਮ ਅਤੇ ਤੀਬਰ ਤਬਦੀਲੀਆਂ ਆਈਆਂ। ਬਹੁਤ ਸਾਰੇ ਨੌਜਵਾਨ ਸਿੱਖ ਰੋਜ਼ੀ ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਚਲੇ ਗਏ ਅਤੇ ਯੂਪੀ ਅਤੇ ਬਿਹਾਰ ਤੋਂ ਖੇਤ ਮਜ਼ਦੂਰ ਸਿੱਖ ਕਿਸਾਨਾਂ ਕੋਲ ਮਜ਼ਦੂਰ ਬਣ ਕੇ ਕੰਮ ਕਰਨ ਲਈ ਆਏ ਅਤੇ ਇੱਥੇ ਵਸ ਗਏ, ਜਿਸ ਨਾਲ ਜਨਸੰਖਿਆ ਅਤੇ ਵਸੋਂ ਵਿੱਚ ਮਹੱਤਵਪੂਰਨ ਤਬਦੀਲੀਆਂ ਆਈਆਂ। ਕਿਸੇ ਫਿਰਕੇ ਜਾਂ ਧਰਮ ਦਾ ਇਤਿਹਾਸ ਲਿਖਣਾ ਸੌਖਾ ਕਾਰਜ ਨਹੀਂ ਸੀ, ਪਰੰਤੂ ਨਿਕਟ ਭੂਤਕਾਲ ਦੀਆਂ ਘਟਨਾਵਾਂ ਦਾ ਇਤਿਹਾਸ ਲਿਖਣਾ ਹੋਰ ਵੀ ਦੁਰਗਮ ਕਾਰਜ ਸਿੱਧ ਹੋਇਆ। ਖੁਸ਼ਵੰਤ ਸਿੰਘ ਦਾ ਕਹਿਣਾ ਹੈ ਕਿ ਅਖਬਾਰਾਂ ਵਿੱਚ ਛਪੀ ਸਮੱਗਰੀ ਅਤੇ ਖਾਸ ਕਰਕੇ ਇੰਡੀਆ ਟੂਡੇ ਅਤੇ ਦ ਟ੍ਰਿਬਿਊਨ 'ਤੇ ਹੀ ਉਹਨਾਂ ਨੂੰ ਨਿਰਭਰ ਕਰਨਾ ਪਿਆ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਰਾਜਸੀ ਪਾਰਟੀਆਂ ਅਤੇ ਰਾਜ ਸਰਕਾਰਾਂ ਵੱਲੋਂ ਜਾਰੀ ਰਿਪੋਰਟਾਂ ਦੀ ਵੀ ਵਰਤੋਂ ਕਰਨੀ ਪਈ। ਮਹੱਤਵਪੂਰਨ ਅਤੇ ਸਦੀਵੀ ਮਹੱਤਤਾ ਦੀ ਸਮੱਗਰੀ ਨੂੰ ਤੁੱਛ ਅਤੇ ਵਕਤੀ ਅਤੇ ਛਿੰਨ ਭੰਗਰ ਮਹੱਤਤਾ ਵਾਲੀ ਸਮੱਗਰੀ 'ਚੋਂ ਛਾਂਟਣਾ ਵੀ ਔਖਾ ਕਾਰਜ ਸੀ। ਅੰਤਿਕਾ ਸ਼ਾਇਦ ਇਤਿਹਾਸਕ ਸੰਖੇਪ ਜਾਂ ਸਾਰ ਨਾਲੋਂ ਵਧੇਰੇ ਤਰੀਕਾਂ ਦਾ ਵੇਰਵਾ ਜਾਂ ਕਾਰਜ ਸੂਚੀ ਹੀ ਜਾਪੇਗੀ। ਉਹਨਾਂ ਕਿਹਾ ਕਿ ਮੈਂ ਪਾਠਕਾਂ ਤੋਂ ਇਸ ਗੱਲ ਦੀ ਮਾਫ਼ੀ ਮੰਗਦਾ ਹਾਂ ਕਿ ਮੈਂ ਸਮਕਾਲੀ ਘਟਨਾਵਾਂ ਦਾ ਸਿਰਫ ਵੇਰਵਾ ਹੀ ਦਿੱਤਾ ਹੈ। ਇਹਨਾਂ ਦੇ ਸਿੱਖ ਫਿਰਕੇ ਉੱਪਰ ਭਵਿੱਖ ਵਿੱਚ ਪੈਣ ਵਾਲੇ ਪ੍ਰਭਾਵਾਂ ਬਾਰੇ ਕੁਝ ਅਨੁਮਾਨ ਨਹੀਂ ਦਿੱਤੇ। ਉਹ ਕਹਿੰਦੇ ਨੇ ਕਿ ਮੈਂ ਸਿੱਖ ਇਤਿਹਾਸ ਦੀਆਂ ਦੋਹਾਂ ਜਿਲਦਾਂ ਨੂੰ ਆਧੁਨਿਕ ਬਣਾਉਣ ਵਿੱਚ ਸਹਾਇਤਾ ਦੇਣ ਲਈ ਕਈ ਸੱਜਣਾਧਾਰੀ ਨਹੀਂ ਹਾਂ।
ਖਾਸ ਤੌਰ 'ਤੇ ਹੁਮਰਾ ਕੁਰੈਸ਼ੀ ਦਾ ਧੰਨਵਾਦੀ ਹਾਂ, ਜਿਸ ਨੇ ਮੈਨੂੰ ਸੰਬੰਧਿਤ ਸਮੇਂ ਬਾਰੇ ਨਹਿਰੂ ਮਿਊਜ਼ੀਅਮ ਲਾਇਬ੍ਰੇਰੀ 'ਚੋਂ ਪੁਸਤਕਾਂ, ਅਖਬਾਰਾਂ ਤੇ ਇੰਡੀਆ ਟੂਡੇ 'ਚੋਂ ਲੇਖ ਤੇ ਕਾਤਰਾਂ ਮੇਰੀ ਖੋਜ ਲਈ ਉਪਲਬਧ ਕੀਤੇ। ਮੈਂ ਪੂਨਮ ਖਹਿਰਾ ਸਿੱਧੂ IRS ਤੇ ਕਰਨਵੀਰ ਸਿੱਧੂ IAS ਦਾ ਮੂਲ ਪਾਠਾਂ ਤੇ ਵਿਸ਼ੇ ਵਸਤੂ ਵਿੱਚ ਸਲਾਹ, ਸਹਾਇਤਾ ਤੇ ਸੰਪਾਦਨਾ ਲਈ ਰਿਣੀ ਹਾਂ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੈਂ AS ਦੀਪਕ ਤੇ ਰਵਿੰਦਰ ਸਿੰਘ, ਲਾਇਬ੍ਰੇਰੀਅਨ, ਪੁਸਤਮਾਲਾ, ਖਾਲਸਾ ਕਾਲਜ ਦਿੱਲੀ ਦਾ ਗੁਰਮੁਖੀ ਤੇ ਅੰਗਰੇਜ਼ੀ ਵਿੱਚ ਪੁਸਤਕਾਂ ਦੇਣ ਤੇ ਪੰਜਾਬ ਦੀ ਆਰਥਿਕ ਤੇ ਸਾਖਰਤਾ ਬਾਰੇ ਤਿਥੀਆਂ ਦੇਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਸਮੱਗਰੀ ਦੇਣ ਲਈ ਰਿਣੀ ਹਾਂ। ਮੈਂ ਹਿੰਦੁਸਤਾਨ ਟਾਈਮਜ਼ ਚੰਡੀਗੜ੍ਹ ਦੇ ਰੈਜ਼ੀਡੈਂਟ ਐਡੀਟਰ ਕਮਰ ਸੰਧੂ ਦਾ ਵੀ ਰਿਣੀ ਹਾਂ, ਜਿਸ ਨੇ ਖਰੜੇ ਨੂੰ ਵਾਚਿਆ ਤੇ ਬੜੇ ਕੀਮਤੀ ਸੁਝਾਅ ਦਿੱਤੇ। ਮੈਂ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਦਾ ਹਰ ਚੀਜ਼ ਨੂੰ ਸਹੀ ਤਰਤੀਬ ਵਿੱਚ ਰੱਖ ਕੇ ਛਾਪਣ ਲਈ ਵੀ ਰਿਣੀ ਹਾਂ। ਕਿਤਾਬ ਦੇ ਮੁੱਖ ਬੰਦ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਇਤਿਹਾਸ ਦੀ ਪਹਿਲੀ ਜਿਲਦ ਦਾ ਸੰਬੰਧ ਸਿੱਖ ਧਰਮ ਦੇ ਜਨਮ ਤੇ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਪੰਜਾਬ ਵਿੱਚ ਸਿੱਖਾਂ ਦੀ ਰਾਜਸੀ ਪ੍ਰਭੁਤਾ ਨਾਲ ਹੈ। ਇਸ ਜਿਲਦ ਵਿੱਚ ਬਰਤਾਂਤ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਵਰਤਮਾਨ ਸਮੇਂ ਯਾਨੀ ਕਿ 2004 ਤੱਕ ਲਿਖਿਆ ਗਿਆ। ਇਸ ਨੂੰ 5 ਭਾਗਾਂ ਵਿੱਚ ਵੰਡਿਆ ਗਿਆ ਅਤੇ ਕ੍ਰਮਵਾਰ ਇਹਦਾ ਸੰਬੰਧ ਅੰਗਰੇਜ਼ਾਂ ਨਾਲ ਯੁੱਧ ਤੇ ਸਿੱਖ ਰਾਜ ਦਾ ਅੰਤ, ਬਰਤਾਨਵੀ ਸਾਮਰਾਜ ਅਧੀਨ ਇਸ ਦਾ ਸੰਗਠਨ, ਨਵੇਂ ਹਾਲਾਤ ਦੇ ਪ੍ਰਭਾਵ ਅਧੀਨ ਪੈਂਦੀਆਂ ਹੋਈਆਂ ਧਾਰਮਿਕ ਤੇ ਸਮਾਜਿਕ ਲਹਿਰਾਂ, ਰਾਸ਼ਟਰਵਾਦੀ, ਮਾਰਕਸਵਾਦੀ ਤੇ ਸੰਪਰਦਾਇਕ ਦਲਾਂ ਦਾ ਵਿਕਾਸ, ਪੰਜਾਬ ਦਾ ਬਟਵਾਰਾ ਤੇ ਸਿੱਖਾਂ ਦੀ ਹੋਣੀ ਤੇ ਪਾਕਿਸਤਾਨ ਵਿੱਚੋਂ ਸਮੂਹਕ ਹਿਜਰਤ ਨਾਲ ਹੈ। ਇਸ ਦੀ ਸਮਾਪਤੀ ਆਜ਼ਾਦ ਭਾਰਤ ਵਿੱਚ ਸਿੱਖਾਂ ਦੇ ਪੁਨਰ ਵਿਸਥਾਪਨ ਤੇ ਭਾਰਤੀ ਸੰਘ ਵਿੱਚ ਪੰਜਾਬੀ ਬੋਲਦੇ ਰਾਜ ਦੀ ਸਥਾਪਨਾ ਨਾਲ ਹੁੰਦੀ ਹੈ। ਪਹਿਲੀ ਜਿਲਦ ਦਾ ਪ੍ਰਕਰਨ ਤੇ ਵਿਸ਼ਾ ਵਸਤੂ ਸਿੱਖਾਂ ਅਧੀਨ ਪੰਜਾਬੀ ਚੇਤਨਤਾ ਤੇ ਸੁਤੰਤਰ ਪੰਜਾਬੀ ਰਾਜ ਦੀ ਸਥਾਪਨਾ ਨਾਲ ਹੈ। ਇਸ ਜਿਲਦ ਦਾ ਵਿਸ਼ਾ ਵਸਤੂ ਸਿੱਖਾਂ ਦੀ ਇੱਕ ਵੱਖਰੇ ਧਰਮ ਵਜੋਂ ਹੋਂਦ ਪ੍ਰਤੀ ਘਾਲਣਾ ਹੈ। ਇਸ ਦਾ ਆਰੰਭ ਅੰਗਰੇਜ਼ਾਂ ਤੋਂ ਵਿਸਤਾਰਵਾਦ ਦੇ ਵਿਰੋਧ ਨਾਲ ਹੋਇਆ ਅਤੇ ਇਹ ਮੁਸਲਮਾਨਾਂ ਦੇ ਦਬਾਅ ਦਾ ਵਿਰੋਧ ਦੇ ਰੂਪ ਵਿੱਚ ਜਾਰੀ ਰਿਹਾ ਤੇ ਆਜ਼ਾਦੀ ਪਿੱਛੋਂ ਇਹ ਪੁਨਰ ਜਾਗਰਤ ਹਿੰਦੂ ਧਰਮ ਵੱਲੋਂ ਆਪਣੇ ਵਿੱਚ ਸਮੋਹ ਲੈਣ ਦੀ ਪ੍ਰਕਿਰਿਆ ਦੇ ਵਿਰੋਧ ਵਿੱਚ ਪ੍ਰਗਟ ਹੋਇਆ। ਮੈਂ ਆਪਣੇ ਮਿੱਤਰ ਇਕਨੋਮਿਕ ਟਾਈਮਜ਼ ਦੇ ਸੰਪਾਦਕ ਸਤਿੰਦਰ ਸਿੰਘ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਸ ਨੇ ਮੈਨੂੰ ਸਮਕਾਲੀ ਸਿੱਖ ਮਾਮਲਿਆਂ ਬਾਰੇ ਆਪਣੀ ਅਣਛਪੀ ਸਮੱਗਰੀ ਵਰਤਣ ਲਈ ਦਿੱਤੀ। ਮੈਂ ਮੇਜਰ W ਸ਼ਾਰਟ ਦਾ ਵੀ ਸੰਸਾਰ ਯੁੱਧ ਸਮੇਂ ਸਿੱਖ ਸਿਆਸਤ ਬਾਰੇ ਅਗਵਾਈ ਦੇਣ ਲਈ ਰਿਣੀ ਹਾਂ। ਮੈਂ ਕਿਸੇ ਸਮੇਂ ਪੰਜਾਬ ਹਾਈ ਕੋਰਟ ਦੇ ਰਹਿ ਚੁੱਕੇ ਚੀਫ ਜਸਟਿਸ GD ਖੋਸਲਾ ਦਾ ਵੀ ਧੰਨਵਾਦੀ ਹਾਂ, ਜਿਸ ਨੇ ਇਹ ਖਰੜਾ ਵਾਚਿਆ। ਮੈਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਸਿੱਖ ਚਿੱਤਰਾਂ ਬਾਰੇ ਜਾਣਕਾਰੀ ਲਈ ਸ਼੍ਰੀਮਾਨ JS ਮੈਕਇਲਵਿਨ ਤੇ ਸ਼੍ਰੀਮਤੀ ਰਿਮਿੰਗਟਨ ਇੰਡੀਆ ਆਫਿਸ ਲਾਇਬ੍ਰੇਰੀ ਲੰਡਨ ਦਾ ਪੁਸਤਕ ਸੂਚੀ ਦੀ ਸੰਪਾਦਨਾ ਵਿੱਚ ਸਹਾਇਤਾ ਦੇਣ ਲਈ ਤੇ ਮਿਸ ਜੋਨ ਲਾਰ ਰੌਗਟਲ ਦਾ ਦੋਹਾਂ ਜਿਲਦਾਂ ਲਿਖਣ ਤੇ ਖੋਜ ਵਿੱਚ ਸਹਾਇਤਾ ਦੇਣ ਲਈ ਰਿਣੀ ਹਾਂ। ਮੈਂ ਰੌਕਫੈਲਰ ਫਾਊਂਡੇਸ਼ਨ ਦਾ ਲਿਖਤੀ ਰੂਪ ਵਿੱਚ ਧੰਨਵਾਦ ਕਰਨਾ ਵੀ ਚਾਹਾਂਗਾ ਤੇ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦਾ ਵੀ, ਜਿਸ ਨੇ ਮੈਨੂੰ ਕੰਮ ਜਾਰੀ ਰੱਖਣ ਤੇ ਅੰਤਮ ਛੋਹਾਂ ਦੇਣ ਦੀ ਆਗਿਆ ਦਿੱਤੀ। ਸੋਧੇ ਹੋਏ ਪੇਪਰਬੈਕ ਸੰਸਕਰਨ ਲਈ ਮੈਂ ਇਕਨੋਮਿਕ ਟਾਈਮਜ਼ ਦੇ ਸਤਿੰਦਰ ਸਿੰਘ ਤੇ ਕੌਮੀ ਏਕਤਾ ਦੇ ਸੰਪਾਦਕ ਰਜਿੰਦਰ ਸਿੰਘ ਭਾਟੀਆ ਦਾ ਰਿਣੀ ਹਾਂ। ਮੈਂ ਵੁਡਰੋ ਵਿਲਸਨ ਸੈਂਟਰ ਦਾ 3 ਮਹੀਨੇ ਦੀ ਸਹਾਇਤਾ ਰਾਸ਼ੀ ਲਈ ਵੀ ਰਿਣੀ ਹਾਂ, ਜਿਸ ਕਾਰਨ ਮੈਂ ਕਾਂਗਰਸ ਲਾਇਬ੍ਰੇਰੀ ਵਿੱਚ ਉਪਲਬਧ ਸਮੱਗਰੀ ਦੀ ਪਰਖ ਪੜਚੋਲ ਸਾਰਾ ਧਿਆਨ ਲਗਾ ਕੇ ਤੇ ਕੰਮ ਕਰਕੇ ਇਹ 2 ਜਿਲਦਾਂ ਦਾ ਆਧੁਨਿਕੀਕਰਨ ਕਰਕੇ ਵਰਤਮਾਨ ਸਮੇਂ ਤੱਕ ਸਿੱਖਾਂ ਦੀ ਗਾਥਾ ਲਿਖਣ ਦੇ ਯੋਗ ਹੋਇਆ। ਇਸ ਨੇ ਮੈਨੂੰ ਡਾਕਟਰ ਸਰਜੀਤ ਕੌਰ ਖੋਜ ਸਹਿਕ ਦੀ ਸੇਵਾ ਵੀ ਦਿੱਤੀ, ਜਿਸ ਨੇ ਮੇਰੇ ਹਵਾਲੇ ਉੱਤਰੀ ਅਮਰੀਕਾ ਦੇ ਸਿੱਖਾਂ ਬਾਰੇ ਸਮੱਗਰੀ ਕੀਤੀ ਤੇ ਮੇਰੇ ਨਾਲ ਮੁਲਾਕਾਤਾਂ ਦਾ ਪ੍ਰਬੰਧ ਕੀਤਾ। ਮੈਂ ਆਪਣੇ ਮਿੱਤਰ ਸਤਿੰਦਰ ਸਿੰਘ ਮੂਲ ਪਾਠ ਤੇ ਤੱਥਾਂ ਦੀ ਘੋਖ ਤੇ ਕਾਂਟ ਛਾਂਟ ਦੇ ਸੁਝਾਵਾਂ ਲਈ ਰਿਣੀ ਹਾਂ। ਸਭ ਤੋਂ ਉਪਰੰਤ ਮੈਂ ਆਪਣੀ ਭਤੀਜੀ ਗੀਤਾਂਜਲੀ ਚੰਦਾ ਦਾ ਰਿਣੀ ਹਾਂ, ਜਿਸ ਨੇ ਸਾਰੀ ਰਚਨਾ ਨੂੰ ਸ਼ਬਦੀ ਪ੍ਰਕਿਰਿਆਕ ਯੰਤਰ ਰਾਹੀਂ ਹਵਾਲਿਆਂ ਦੀ ਪੁੰਨ ਛਾਣ ਕੀਤੀ, ਸੁਧਾਈ ਕੀਤੀ ਤੇ ਸਤਕੰਡ ਦਾ ਸੰਪਾਦਨ ਕੀਤਾ। ਉਸ ਦੀ ਸਹਾਇਤਾ ਬਿਨਾਂ ਇਹ ਸੌਂਪਿਆ ਹੋਇਆ ਕਾਰਜ ਥੋੜ੍ਹੇ ਸਮੇਂ ਵਿੱਚ ਮੇਰੇ ਲਈ ਕਰ ਸਕਣਾ ਸੰਭਵ ਨਾ ਹੁੰਦਾ। 1839 ਤੋਂ 2004 ਤੱਕ ਸਿੱਖ ਇਤਿਹਾਸ ਬਾਰੇ ਸਾਰੀ ਜਾਣਕਾਰੀ ਅਗਲੇ ਕਾਂਡ 1 ਤੋਂ। ਧੰਨਵਾਦ।